Hello dear students, welcome back to my YouTube channel. So let's discuss 3 marks question. So इस चैप्टर ਦੇ ਵਿੱਚੋਂ ਬੱਚੇ 5 ਮਾਰਕਸ ਦਾ ਕੁਐਸਚਨ ਬਹੁਤ ਰੇਅਰ ਚਾਂਸ ਆ ਕਿ ਕਦੇ ਬਣੇਗਾ। ਸੋ ਚਾਹੇ ਬੱਚੇ ਕੋਵਿਡ ਦਾ ਕੰਡੀਸ਼ਨ ਆ, ਸੈਕੰਡ ਟਰਮ ਦੇ ਐਗਜ਼ਾਮ ਆ, ਚਾਹੇ ਤੁਹਾਡੇ ਐਨੂਅਲ ਐਗਜ਼ਾਮ ਹੋਣ, 5 ਮਾਰਕਸ ਦਾ ਕੁਐਸਚਨ ਇਹਦੇ ਵਿੱਚੋਂ ਕਾਫੀ ਘੱਟ ਬਣਦਾ, ਇਹਦੇ ਵਿੱਚੋਂ ਮੋਸਟ ਪ੍ਰੋਬੇਬਲੀ 3 ਮਾਰਕਸ ਦਾ ਕੁਐਸਚਨ ਬਣਦਾ ਹੈ। ਸੋ ਬੱਚੇ ਤੁਸੀਂ ਫਰਸਟ ਕੁਐਸਚਨ ਦੇਖ ਸਕਦੇ ਆ, ਵਟ ਵਰ ਦਾ ਆਬਜ਼ਰਵੇਸ਼ਨ ਐਂਡ ਕਨਕਲੂਜਨ ਡਰੋਨ ਬਾਈ ਫਰੋਮ ਰਦਰਫੋਰਡ ਐਲਫਾ ਪਾਰਟੀਕਲ ਸਕੈਟਰਿੰਗ ਐਕਸਪੈਰੀਮੈਂਟ। ਸੋ ਬੱਚੇ ਜੋ ਤੁਸੀਂ +1 ਦੇ ਵਿੱਚ ਰਦਰਫੋਰਡ ਐਕਸਪੈਰੀਮੈਂਟ ਕੀਤਾ ਨਾ, ਸੇਮ ਡਿਟੋ ਐਕਸਪੈਰੀਮੈਂਟ +2 ਫਿਜ਼ਿਕਸ ਦੇ ਅੰਦਰ ਹੈ। ਸੋ ਬੱਚੇ ਜੋ ਆਹ ਡਾਇਗਰਾਮ ਆ, ਅਗਰ ਤੁਹਾਨੂੰ ਇਹ ਡਾਇਗਰਾਮ ਅੱਛੀ ਲੱਗਦੀ ਹੈ ਤਾਂ ਇਹ ਬਣਾ ਸਕਦੇ ਆ, ਅਦਰਵਾਈਜ਼ ਜਿਹੜੀ ਤੁਹਾਡੀ ਬਿਲਕੁਲ ਸਿੰਪਲ ਡਾਇਗਰਾਮ ਆ ਤੁਹਾਡੀ ਫਿਜ਼ਿਕਸ ਦੀ ਬੁੱਕ ਦੇ ਅੰਦਰ ਬਣਿਆ ਹੋਇਆ ਆ, ਤੁਸੀਂ ਉਹ ਵੀ ਜਿਹੜੀ ਡਾਇਗਰਾਮ ਬਣਾ ਸਕਦੇ ਆ। ਸੋ ਸਿਰਫ ਇੰਨੀ ਕੁ ਥਿਓਰੀ ਬੱਚੇ ਸਫੀਸ਼ੀਐਂਟ ਆ, ਆਬਜ਼ਰਵੇਸ਼ਨ ਅਗਰ ਉਹਨਾਂ ਨੇ ਕਨਕਲੂਜਨ ਪੁੱਛਿਆ ਹੋਵੇ। ਨੈਕਸਟ ਆ ਜਾਓ, ਮੇਨ ਪੋਸਟੂਲੇਟਸ ਆਫ ਰਦਰਫੋਰਡ ਅਟੋਮਿਕ ਮਾਡਲ। ਸੋ ਪੋਸਟੂਲੇਟ ਬੱਚੇ ਕਾਫੀ ਘੱਟ ਇੰਪੋਰਟੈਂਟ ਕੁਐਸਚਨ ਆ, ਤੁਸੀਂ ਦੇਖ ਸਕਦੇ ਕਿ 2011 ਦੇ ਵਿੱਚ ਕੁਐਸਚਨ ਆਇਆ ਹੋਇਆ। ਸੋ 2022 ਚੱਲ ਰਿਹਾ ਹੁਣ, ਮਤਲਬ ਕਿ 10 ਸਾਲ ਪਹਿਲਾਂ ਇਹ ਕੁਐਸਚਨ ਆਇਆ ਸੀ। ਸੋ ਬਹੁਤ ਰੇਅਰ ਚਾਂਸ ਆ ਇਹ ਪੇਪਰ ਦੇ ਵਿੱਚ ਕਿ ਇਹ ਕੁਐਸਚਨ ਪੋਸਟੂਲੇਟ ਪੁੱਛੇ ਜਾਣ। ਅਦਰਵਾਈਜ਼ ਬੱਚੇ ਹਰ ਇੱਕ ਕੁਐਸਚਨ ਜਿਹੜੇ ਆ, ਸਿਰਫ 14 ਕੁਐਸਚਨ ਹੀ ਆ ਇਸ ਚੈਪਟਰ ਦੇ 3 ਮਾਰਕਸ ਦੇ, ਜਿਹੜੇ ਤੁਸੀਂ ਅੱਛੀ ਤਰੀਕੇ ਨਾਲ ਪ੍ਰਪੇਅਰ ਕਰਨੇ ਆ। ਸੋ ਉਹ ਪ੍ਰਪੇਅਰ ਜ਼ਰੂਰ ਕਰ ਲੈਣਾ। ਨੈਕਸਟ ਆ ਜਾਓ, ਵਟ ਆਰ ਦ ਡਰੋਬੈਕਸ ਆਫ ਰਦਰਫੋਰਡ ਅਟੋਮਿਕ ਮਾਡਲ। ਸੋ ਡਰੋਬੈਕ ਜ਼ਰੂਰ ਕਰ ਲੈਣਾ ਰਾਜੇ, ਜਦੋਂ ਐਲਫਾ ਸਕੈਟਰਿੰਗ ਐਕਸਪੈਰੀਮੈਂਟ ਆਉਂਦਾ ਨਾ, ਸਮਟਾਈਮ ਉਹਦੇ ਨਾਲ ਜਿਹੜਾ ਆ ਕੁਐਸਚਨ ਪੁੱਛ ਲਿਆ ਜਾਂਦਾ ਕਿ ਵਟ ਆਰ ਦ ਡਰੋਬੈਕਸ। ਸੋ ਤੁਸੀਂ ਡਰੋਬੈਕਸ ਲਿਖਣੇ ਆ। ਕੁਐਸਚਨ ਨੰਬਰ 4 ਇਜ਼ ਅ ਮੋਸਟ ਇੰਪੋਰਟੈਂਟ ਕੁਐਸਚਨ। ਤੁਸੀਂ ਇਹ ਕਹਿ ਸਕਦੇ ਆ ਕਿ ਤੁਹਾਡੇ ਐਗਜ਼ਾਮ ਦੇ ਅੰਦਰ ਜਿਹੜਾ ਆ ਬੱਚੇ ਪਿਛਲੇ 3-4 ਸਾਲ ਤੋਂ ਜਿਹੜਾ ਆ ਇਹ ਕੁਐਸਚਨ ਕਾਫੀ ਇੰਪੋਰਟੈਂਟ ਆ। ਇਸ ਤੋਂ ਪਹਿਲਾਂ ਕਦੇ ਪੇਪਰ ਦੇ ਵਿੱਚ ਨਹੀਂ ਆਇਆ, ਪਰ ਪਿਛਲੇ 3-4 ਸਾਲ ਦੇ ਆਪਾਂ ਦੇਖਿਆ ਜਾਵੇ, ਤੁਸੀਂ ਦੇਖ ਸਕਦੇ 2018, 19, 20 ਦੇ ਵਿੱਚ ਆਇਆ। 21 ਦੇ ਵਿੱਚ ਬੱਚੇ ਫਿਜ਼ਿਕਸ ਦਾ ਐਗਜ਼ਾਮ ਨਹੀਂ ਹੋਇਆ ਸੀ, ਇਸ ਕਰਕੇ ਨਹੀਂ ਆਇਆ। ਤਾਂ 22 ਦੇ ਵਿੱਚ ਜਿਹੜਾ ਐਗਜ਼ਾਮ ਦੇ ਵਿੱਚ ਪੇਪਰ ਦੇ ਅੰਦਰ ਇਹ ਕੁਐਸਚਨ ਆਉਣ ਦੇ ਚਾਂਸਿਸ ਤੁਸੀਂ ਕਹਿ ਸਕਦੇ ਆ ਕਿ 80% ਆ। ਸੋ ਬਹੁਤ ਹੀ ਕੇਅਰਫੁਲੀ ਜਿਹੜਾ ਆ ਇਹ ਕੁਐਸਚਨ ਪ੍ਰਪੇਅਰ ਕਰ ਲੈਣਾ, ਠੀਕ ਹੈ। ਇਹਦੇ ਵਿੱਚ ਤੁਸੀਂ ਲਿਖਣੇ ਆ ਡੈਰੀਵੇਸ਼ਨ ਹੈ, ਡੈਰੀਵੇਸ਼ਨ ਦੇ ਵਿੱਚ ਤੁਸੀਂ ਉਹਦਾ ਰੇਡੀਅਸ ਫਾਈਂਡ ਆਊਟ ਕਰਨਾ ਹੈ। ਸੋ ਰੇਡੀਅਸ ਫਾਈਂਡ ਆਊਟ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਵੈਲੋਸਿਟੀ ਚਾਹੀਦੀ ਹੈ। ਸੋ ਵੈਲੋਸਿਟੀ ਤੱਕ ਬੱਚੇ ਤੁਹਾਨੂੰ ਦੱਸਿਆ ਗਿਆ ਸੀਗਾ ਕਿ ਡਰਾਈਵ ਕਰਨਾ ਹੀ ਕਰਨਾ ਆ। ਸੋ ਇਹਦੀ ਬੱਚੇ ਜੋ ਪ੍ਰੋਪਰ ਕਹਿ ਲਓ ਐਕਸਪਲੇਨੇਸ਼ਨ ਆ, ਉਹਦੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਅੰਦਰ ਲਿੰਕ ਮਿਲ ਜਾਏਗਾ, ਤਾਂ ਤੁਸੀਂ ਉੱਥੋਂ ਕਰ ਸਕਦੇ ਆ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਆਪਣਾ ਰੇਡੀਅਸ ਫਾਈਂਡ ਆਊਟ ਕਰਨਾ ਹੈ, ਦੈਨ ਵੈਲੋਸਿਟੀ। ਸੋ ਬੱਚੇ ਜਿਹੜੀ ਇੱਥੇ ਵੈਲੋਸਿਟੀ ਆ ਪਹਿਲੇ ਨੰਬਰ 'ਤੇ ਫਾਈਂਡ ਆਊਟ ਕੀਤੀ ਆ, ਦੇਖੋ ਇਹ ਵੀ ਵੈਲੋਸਿਟੀ ਆ। ਕਾਫੀ ਬੱਚੇ ਕਈ ਵਾਰੀ ਕੁਐਸਚਨ ਪੁੱਛਦੇ ਆ, ਮੈਮ ਪਹਿਲਾਂ ਵੀ ਵੈਲੋਸਿਟੀ ਫਾਈਂਡ ਆਊਟ ਕੀਤੀ ਆ, ਆਪਾਂ ਸੈਕਿੰਡ ਨੰਬਰ 'ਤੇ ਵੀ ਵੈਲੋਸਿਟੀ। ਜਦੋਂ ਵੀ ਅਸੀਂ ਕੋਈ ਪਰਟੀਕੂਲਰ ਟਰਮ ਡਰਾਈਵ ਕਰ ਰਹੇ ਹਾਂ, ਲਾਈਕ ਰੇਡੀਅਸ ਡਰਾਈਵ ਕਰ ਰਹੇ ਹਾਂ, ਤਾਂ ਰੇਡੀਅਸ ਦੇ ਅੰਦਰ ਬਾਕੀ ਸਾਰੀਆਂ ਟਰਮਸ ਇਕੁਅਲ ਟੂ ਤੋਂ ਬਾਅਦ, ਆਰ ਤੋਂ ਬਾਅਦ ਜਿੰਨੀਆਂ ਵੀ ਟਰਮਸ ਹੋਣਗੀਆਂ ਬੱਚੇ, ਉਹ ਸਾਰੀਆਂ ਕੌਨਸਟੈਂਟ ਹੋਣੀਆਂ ਚਾਹੀਦੀਆਂ। ਹੁਣ ਇੱਥੇ ਦੇਖੋ, ਇੱਥੇ ਵੈਲੋਸਿਟੀ ਆ, ਨਾਲ ਇੱਧਰ ਰੇਡੀਅਸ ਵੀ ਆ, ਇਹਦਾ ਮਤਲਬ ਹਲੇ ਫਾਈਨਲ ਆਨਸਰ ਨਹੀਂ ਆਇਆ। ਸੋ ਅਸੀਂ ਰੇਡੀਅਸ ਫਾਈਂਡ ਆਊਟ ਕੀਤਾ, ਰੇਡੀਅਸ ਤੋਂ ਬਾਅਦ ਜਿਹੜਾ ਸੈਕਿੰਡ ਆ ਵੈਲੋਸਿਟੀ ਫਾਈਂਡ ਆਊਟ ਕੀਤੀ ਆ। ਤੁਸੀਂ ਦੇਖ ਸਕਦੇ ਆ ਕਿ ਇੱਥੇ ਕੀ ਆ, EH ਐਪਸਾਈਲਨ ਨੋਟ 2 ਸਭ ਕੁਝ ਕੌਨਸਟੈਂਟ ਆ। ਸੋ ਉੱਥੋਂ ਆ ਗਿਆ ਕਿ V ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ 1/n। ਕਲੀਅਰ ਹੋ ਗਿਆ ਬੱਚੇ, ਦੋਨਾਂ 'ਚ ਡਿਫਰੈਂਸ ਕਲੀਅਰ ਹੋ ਗਿਆ। ਥਰਡ ਪੁਆਇੰਟ ਆ ਟੋਟਲ ਐਨਰਜੀ ਆਫ ਐਨ ਇਲੈਕਟ੍ਰੋਨ। ਸੋ ਟੋਟਲ ਐਨਰਜੀ ਫਾਈਂਡ ਆਊਟ ਕਰਾਂਗੇ। ਸੋ ਆ ਰਹੀ ਬੱਚੇ ਤੁਹਾਡੀ E ਦੀ ਵੈਲਿਊ, ਠੀਕ ਹੈ। ਸਮ ਟਾਈਮ ਕੱਲਾ ਜਿਹੜਾ ਆਹ ਵਾਲਾ ਆਰਟੀਕਲ ਆ ਰਾਜੇ, ਟੋਟਲ ਐਨਰਜੀ ਆਫ ਐਨ ਇਲੈਕਟ੍ਰੋਨ, ਕੱਲਾ ਇਹੀ ਆਰਟੀਕਲ ਜਿਹੜਾ 3 ਮਾਰਕਸ ਦਾ ਆ ਜਾਂਦਾ। ਅਗਰ ਇਹੀ ਆਰਟੀਕਲ 3 ਮਾਰਕਸ ਦਾ ਆ ਜਾਏ, ਦੈਨ ਤੁਸੀਂ ਇਹਦੀਆਂ ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕਰੋਗੇ। ਫੋਰ ਐਗਜ਼ਾਮਪਲ, ਅਗਰ ਬੱਚੇ ਰੇਡੀਅਸ, ਵੈਲੋਸਿਟੀ, ਐਨਰਜੀ ਆਵੇ ਤਾਂ ਸਿਰਫ ਇੱਥੇ ਤੱਕ ਐਨਰਜੀ ਸੋਲਵ ਕਰਕੇ ਆ ਜਾਓ, ਸਫੀਸ਼ੀਐਂਟ ਆ। ਅਗਰ ਐਨਰਜੀ ਕੱਲਾ 3 ਮਾਰਕਸ ਦਾ ਆ ਜਾਵੇ, ਦੈਨ ਆਹ ਵਾਲਾ ਪੋਰਸ਼ਨ ਤੁਸੀਂ ਨਾਲ ਕਰੋਗੇ ਤੇ ਇਹਦੀ ਵੈਲਿਊਜ਼ ਪੁੱਟ ਕਰੋਗੇ। ਜਿੱਦਾਂ ਹੀ ਤੁਸੀਂ ਆਪਣੀ ਵੈਲਿਊਜ਼ ਪੁੱਟ ਕਰੋਗੇ ਤਾਂ ਇਸ ਤਰੀਕੇ ਨਾਲ ਜਿਹੜਾ ਆ ਤੁਹਾਡਾ ਫਾਈਨਲੀ E ਦਾ ਆਨਸਰ ਆ ਜਾਏਗਾ -13.6 ਡਿਵਾਈਡਡ ਬਾਈ n²। ਕਲੀਅਰ ਹੋ ਗਿਆ ਜੀ। ਸੋ ਆ ਬੱਚੇ ਡੈਰੀਵੇਸ਼ਨ ਤਾਂ ਕਰਨੀ ਆ ਜੇ 3 ਮਾਰਕਸ ਦਾ ਕੁਐਸਚਨ ਸਿਰਫ ਔਰ ਸਿਰਫ ਐਨਰਜੀ ਵਾਲਾ ਪੋਰਸ਼ਨ ਆ ਜਾਵੇ, ਦੈਨ ਤੁਸੀਂ ਆ ਟਰਮ ਡਰਾਈਵ ਕਰਕੇ ਆ ਸਕਦੇ ਆ। ਨੈਕਸਟ ਆ ਜਾਓ, using Bohr's postulate, drive an expression for the wave number of radiation emitted by an electron when it jumps from outer orbit to the inner orbit। ਸੋ ਬੱਚੇ ਆ ਚੀਜ਼ ਜਿਹੜੀ ਆ ਤੁਸੀਂ ਡਰਾਈਵ ਕਰਨੀ ਆ। ਸੋ ਇਹਨਾਂ ਨੇ ਆ ਚੀਜ਼ ਪ੍ਰੋਪਰ ਜਿਹੜੀ ਐਕੂਰੇਟ ਨੇ ਪ੍ਰੋਪਰ ਡਰਾਈਵ ਕਰਕੇ ਦੱਸੀ ਹੋਈ ਹੈ। hμ = E2 - E1 ਆ। ਦੈਨ ਉਹਦੀਆਂ ਵੈਲਿਊਜ਼ ਪੁੱਟ ਕੀਤੀਆਂ, ਤੇ ਜਿਹੜੀ ਸਾਡੀ ਫਾਈਨਲ ਇਕੁਏਸ਼ਨ ਇਸ ਤਰੀਕੇ ਨਾਲ ਆ ਜਾਏਗੀ, ਠੀਕ ਹੈ। 1/r = 1/λ = r 1/n1² - 1/n2²। ਸੋ ਇਹ ਵਾਲਾ ਆਰਟੀਕਲ ਰਾਜੇ ਮੈਂ ਡਰਾਈਵ ਨਹੀਂ ਕਰਵਾਇਆ ਹੋਇਆ, ਕਿਉਂਕਿ ਬਹੁਤ ਈਜ਼ੀ ਜਿਹਾ ਆਰਟੀਕਲ ਹੈ, ਤੁਸੀਂ ਖੁਦ
ट्राई करके देख सकते हैं। अगर नहीं समझ लगेगा तो कमेंट सैक्शन च दे देना कि मैम क्वेश्चन नंबर 5th जोड़ा है प्रॉपर एक्सप्लेन कर दो। सो प्रॉपर एक्सप्लेन कर दिता जाएगा। नैक्सट आ जाओ, ड्रॉ एंड एक्सप्लेन एनर्जी लैवल डायग्राम। सो एनर्जी लैवल डायग्राम बच्चे एक्सप्लेन करनी है। पहला आप वैल्यूज़ पुट करनिया है, ये ऑलरेडी जोड़ा है आप एक्सप्लेन कर चुके हैं अपनिया वीडियोज़ प्लेलिस्ट के जाके तुसी देख सकते हैं, या फिर डिस्क्रिप्शन के थानू वीडियो प्रॉपर जी लिस्ट है जी मिल जाएगी। नैक्सट आ जाओ, एक्सप्लेन द ओरिजिन ऑफ स्पैक्ट्रल लाइन्स ऑफ हाइड्रोजन यूजिंग बोहर्स थ्योरी। सो बोहर्स थ्योरीज के अंदर बच्चे किहड़ी सीरीज़ आंदी, कल्ली कल्ली सीरीज़ जी असी एक्सप्लेन करनी आ। सीरीज़ एक्सप्लेन करन तो बाद तुसी डायग्राम ड्रॉ करनी आ। सो राजे अगर तुसी आह वाली डायग्राम ड्रॉ करना चाहते तो आह वाली ड्रॉ कर सकते हैं। अदरवाइज तुहाडी बुक के अंदर इस तरीके ने एक सर्कल की तरह बनया होएगा कि अपर ऑर्बिट तो इस तरीके ना जी इलैक्ट्रॉन्स आ रहे हैं। सो तुसी आह वाली डायग्राम भी ड्रॉ कर सकते हैं। सो तुहाडे कोल दो मैथड्स आ डायग्राम ड्रॉ करन दे, चाहे बच्चे तुसी लाइन्स वाली सिंपल कर लो, चाहे तुसी ऑर्बिट वाली कर लो, ठीक है। दो डायग्राम्स दोनों विच जिहड़ी मर्जी ड्रॉ कर लो। नैक्सट इज डिफाइन बाइंडिंग एनर्जी कर्व, बाइंडिंग एनर्जी पर न्यूक्लियन। सो आपां कर्व ड्राइव करनी आ। सो दिस इज़ एन इंपॉर्टेंट टॉपिक। मान के चलो कि तुहाडे एग्जाम दे विच 60% चांसिस है कि ये क्वेश्चन पूछ लिया जाए। तुसीं देख सकते 2011 दे विच 13, 16 ते 17 दे विच जिहड़ा आ एक क्वेश्चन तुहाडा एग्जाम दे अंदर आ चुका है, ठीक है। सो बच्चे इन्होंने जिहड़ा कह लो इहदी एक्सप्लेनेशन आ, कनक्लूजन आ, काफ़ी शॉर्ट लाइन्स दे विच लिखी हुई आ। अगर तुहाडी ये थियरी दे विच हत्थ तंग आ, लिखण विच प्रॉब्लम है, तो सिर्फ इन्नी थियरी लर्न कर लो सफिशेंट है, ठीक है। नैक्सट आ जाओ, वट आर न्यूक्लीयर फोर्सिज एक्सप्लेन देयर प्रॉपर्टीज। सो एक क्वेश्चन बच्चे मैं थानू कहा सीगा कि तुहाडा होमवर्क आ, तुसी खुद जिहड़ा है वाला करूँगे क्वेश्चन बच्चे। सो तुसीं देख सकते कि क्वेश्चन हार्डली 2 मार्क्स का आता है। एक्चुअली 3 मार्क्स का क्वेश्चन नहीं आता, 2 मार्क्स का क्वेश्चन आता है कि वट आर द न्यूक्लीयर फोर्सिज। तुसीं डेफिनेशन देनी है न्यूक्लीयर फोर्सिज की, एक्सप्लेन देयर प्रॉपर्टीज। सो बच्चे इन्होंने 8 प्रॉपर्टीज लिखिया हुई, तुसीं कोई भी 4 प्रॉपर्टीज लर्न कर लो अच्छी तरीके नाल, तो सफिशेंट है, ठीक है। नैक्सट आ जाओ, वट is radioactivity, state the laws of radioactive decay, show that radioactive decay is exponential in nature. This is the most important question. So मान के चलो बच्चे 80% चांसेस है कि ये वाला क्वेश्चन थोड़े एग्जाम के अंदर आएगा। अगर इस पूरे चैप्टर के विचों बच्चे तुसी बोहर्स थ्योरी ऑफ हाइड्रोजन एटम एक अच्छे तरीके नाल पढ़ जाने आ तो रेडियो एक्टिविटी पढ़ जानी आ, क्योंकि दोनों विचों एक क्वेश्चन कह लो कि चांसिस ज़्यादा आ पेपर दे विच कि ये क्वेश्चन जोड़ा तुहाडे एग्जाम के अंदर पूछ लिया जाए। सो बच्चे क्वेश्चन तुसी देख सकते हैं कि 2010, 11, 12, 13, 14, 15, 16, 17, 18 लगातार ये 8 साल बच्चे क्वेश्चन लगातार आया। इसका मतलब ये बहुत ज़्यादा इंपॉर्टेंट क्वेश्चन है, क्योंकि पिछले 3-4 साल तो ये क्वेश्चन नूं घट प्रैफरेंस दी जा रही है, क्योंकि बोहर्स थ्योरी ऑफ एटम नूं जिहड़ा हाइड्रोजन एटम आ उन्होंने ज़्यादा प्रैफरेंस दी जा रही है 3 मार्क्स के क्वेश्चन के लिए। सो यदी थोड़ी जी वैल्यू कह लो घट गई। पहला ये वाला एग्जाम के विच ज़्यादा आया करता सी ते हाइड्रोजन घट आंदा सी, हुण हाइड्रोजन ज़्यादा आ रहा, सो ये घट आ रहा, बट दोनों मोस्ट इंपॉर्टेंट क्वेश्चन आ। सो इनू अच्छी तरीके नाल प्रिपेयर कर लेना। ऑलरेडी बच्चे असीं इनू एक्सप्लेन कर चुके हैं, विद ग्राफ कर चुके हैं। सो ये भी बच्चे तुहानू डिस्क्रिप्शन के अंदर लिंक मिल जाएगा, तुसी ये भी अच्छी तरीके नाल प्रिपेयर कर सकते हैं। नैक्सट इज डिफाइन हाफ लाइफ ऑफ रेडियो एक्टिव सबसटेंस, ड्राइव एंड एक्सप्रैशन फॉर इट। सो ये बच्चे तुहानू वीडियो जी प्लेलिस्ट के अंदर नहीं मिलेगी, सो आप इत्थे ही डिस्कस करते हैं। उन्होंने क्या डिफाइन हाफ लाइफ ऑफ रेडियो एक्टिव सबसटेंस। हाफ लाइफ का की मतलब है, हाफ लाइफ तो क्लीयर हो रहा कि अद्धी जिंदगी। हुण मान लो तुहाडे कोल कोई रेडियो एक्टिव सबसटेंस आ, असीं ऑलरेडी बच्चे ये चीज़ पढ़ चुके हैं कि जिद्दां ही कोई सबसटेंस रखते हैं तो उहदे विचों स्पॉन्टेनियस अमिशन होनी स्टार्ट हो जाती है। स्पॉन्टेनियस अमिशन हो रही है मतलब कि अल्फा बीटा गामा कोई भी जी अल्फा बीटा जोड़ा अमिट हो सकते हैं। सो कोई भी जोड़ा पार्टिकल आ वो अमिट हो सकता। मान लो कि इसकी उम्र कितनी सी 50 साल, जदों इसकी उम्र 25 साल रह गई तो इनू असीं हाफ लाइफ कह दिंदे आ। बट रेडियो एक्टिव जोड़े लॉज आ बच्चे वो तो कह लो बहुत ज़्यादा उन्होंने लाइफ होंदी आ, हज़ारा साल होंदी आ। सो सानू किद्दां पता लगेगी कि हाफ लाइफ किद्दां फाइंड आउट करांगे। सो असीं ऑलरेडी बच्चे हाफ लाइफ का जोड़ा एक डेरीवेशन आ, असीं आ रिजल्ट ऑलरेडी जोड़ा एक्सपोनेंशियल नेचर तो ड्राइव कर चुके हैं। n=n0 e⁻⁻ λt। हुण आ वाली टी की जगह तो असीं की पुट करन लगे हाफ टाइम, हाफ मतलब टी हाफ, तो n की वैल्यू की पुट करांगे, n की वैल्यू की आ जाएगी जिहड़ा तुहाडा ओरिजिनल
कह लो नंबर आ, ओरिजिनल नंबर किन्ने सी एटम्स दे N0 डिवाइडेड बाय 2, मतलब इहदी जगह ते हाफ करता, सो N दी जगह ते की पुट कर दिता N0/2 ते T दी जगह ते की पुट कर दिता T हाफ। हुण N0 दे नाल N0 जिहड़ा कैंसल आउट हो गया, सो साडे को की बच गया हाफ इज इक्वल्स टू E दी पावर माइनस लैमडा T हाफ। हुण की कीता राजी, ਇਹਦਾ ਰੈਸੀਪ੍ਰੋਕਲ ਲੈ ਲਿਆ। ਜਦੋਂ 1/2 ਦਾ ਰੈਸੀਪ੍ਰੋਕਲ ਜਾਂ ਇੱਦਾਂ ਕਹਿ ਸਕਦੇ ਹਾਂ ਕਿ ਕ੍ਰੋਸ ਮਲਟੀਪਲਾਈ ਕਰ ਦਿੱਤੀ, ਸਾਡੇ ਕੋਲ ਆ ਗਿਆ 1 ਡਿਵਾਈਡਡ ਬਾਈ e⁻⁻ ਮਾਈਨਸ ਲੈਮਡਾ t ਹਾਫ। ਆਹ ਵਾਲਾ 2 ਦੂਸਰੀ ਤਰਫ ਲੈ ਗਏ, 2 ਦੂਸਰੀ ਤਰਫ ਲੈ ਗਏ। ਇੱਥੇ ਕੀ ਸੀ ਮਾਈਨਸ, ਮਾਈਨਸ ਵਾਲੀ ਟਰਮ ਉੱਪਰ ਲੈ ਕੇ ਜਾਵਾਂਗੇ ਤਾਂ ਕੀ ਹੋ ਜਾਏਗੀ ਪਲੱਸ ਦੀ ਟਰਮ। ਸੋ ਲੈਮਡਾ e⁻⁻ ਲੈਮਡਾ t ਹਾਫ ਇਜ਼ ਇਕੁਅਲ ਟੂ 2 ਆ ਗਈ ਬੱਚੇ ਤੁਹਾਡੀ ਨੈਕਸਟ ਟਰਮ। ਕਲੀਅਰ ਹੋ ਗਿਆ ਜੀ। ਨੈਕਸਟ ਇਜ਼ ਟੇਕ log e ਔਨ ਅ ਬੋਥ ਸਾਈਡ। ਜਿੱਦਾਂ ਹੀ ਅਸੀਂ log e ਲਵਾਂਗੇ, ਮਤਲਬ ਕਿ ਇਹਦੇ ਨਾਲ ਵੀ log e ਲਿਖ ਦਿੱਤਾ, ਇੱਧਰ ਵੀ ਲਿਖ ਦਿੱਤਾ log e2, ਠੀਕ ਹੈ ਜੀ। ਹੁਣ ਇਹਦਾ ਨੈਕਸਟ ਸਟੈਪ ਅਸੀਂ ਕੀ ਕਰਨਾ, ਜੋ ਵੀ e ਦੀ ਪਾਵਰਸ ਆ ਉਹ ਅੱਗੇ ਆ ਜਾਏਗੀ। ਸੋ ਅੱਗੇ ਆ ਗਈ ਮਤਲਬ ਕਿ ਕੀ ਆ ਗਿਆ ਲੈਮਡਾ t ਹਾਫ ਕੀ ਆ ਗਿਆ ਅੱਗੇ ਆ ਗਿਆ, ਤੇ log e ਬਚ ਗਿਆ ਇਕੱਲਾ, ਕਿਉਂਕਿ ਆਹ ਵਾਲੀ ਸਾਰੀ ਟਰਮ ਤਾਂ ਅੱਗੇ ਆ ਗਈ। ਠੀਕ ਹੈ ਬੱਚੇ, ਇਹ ਮੈਥਮੈਟੀਕਲ ਕਹਿ ਲਓ ਰੂਲ ਹੈ। ਸੋ ਆਹ ਵਾਲੀ ਟਰਮ ਇੱਥੋਂ ਹਟ ਕੇ ਇਹ ਟਰਮ ਕੀ ਹੋ ਗਈ ਅੱਗੇ ਆ ਗਈ। ਸੋ ਆਹ ਸਟੈਪ ਬਣ ਜਾਏਗਾ ਡਨ। ਸੋ ਬੱਚੇ log e2 ਨੂੰ ਅਸੀਂ ਨੈਚੁਰਲ log ਦੇ ਵਿੱਚ ਕਨਵਰਟ ਕਰਨ ਲੱਗੇ ਹਾਂ। ਨੈਚੁਰਲ log ਹੁੰਦਾ ਜਦੋਂ ਇਹਦੇ ਪੈਰ ਵਿੱਚ 10 ਆ ਜਾਂਦਾ, ਠੀਕ ਹੈ। ਸੋ log e2 ਦੀ ਵੈਲਿਊ ਕਿੰਨੀ ਹੁੰਦੀ ਹੈ 2.303 log 10 2। ਸੋ log 10 2, ਸੋ log e ਦੀ ਵੈਲਿਊ ਬੱਚੇ ਕਿੰਨੀ ਹੁੰਦੀ ਹੈ 1। ਸੋ ਇਹਦੀ ਜਗ੍ਹਾ ਤੇ 1 ਪੁੱਟ ਕਰ ਦਿੱਤਾ, 1 ਨੂੰ ਇਹਦੇ ਨਾਲ ਮਲਟੀਪਲਾਈ ਕੀਤਾ ਤਾਂ ਆ ਗਈ ਸਾਡੇ ਕੋਲ ਸਿੰਪਲ ਟਰਮ। ਨਾਓ t ਹਾਫ ਤਾਂ ਲੈਮਡਾ ਦੂਸਰੀ ਤਰਫ ਲੈ ਜਾਓ। log 2 ਦੀ ਬੱਚੇ ਵੈਲਿਊ ਕਿੰਨੀ ਹੁੰਦੀ ਹੈ 0.30 0.30। ਸੋ ਉਹਦੀ ਵੈਲਿਊ ਪੁੱਟ ਕੀਤੀ, ਇਹਨੂੰ ਮਲਟੀਪਲਾਈ ਕੀਤਾ ਤਾਂ ਸਾਡਾ ਫਾਈਨਲੀ ਜਿਹੜਾ t ਹਾਫ ਦਾ ਇੰਨਾ ਆਨਸਰ ਆ ਗਿਆ। ਸੋ ਇਹ ਲੈਸ ਇੰਪੋਰਟੈਂਟ ਟੌਪਿਕ ਆ ਰਾਜੇ, ਪੇਪਰ ਦੇ ਅੰਦਰ ਆਉਂਦੇ ਚਾਂਸਿਸ ਤੁਸੀਂ ਇਹ ਕਹਿ ਸਕਦੇ ਆ ਕਿ 20 ਤੋਂ 25% ਇਹਦੇ ਚਾਂਸਿਸ ਆਉਣ ਦੇ। ਸੋ ਇੱਕ ਵਾਰੀ ਪੜ੍ਹ ਕੇ ਜ਼ਰੂਰ ਜਾਣਾ, ਆਪਣਾ ਰਿਸਕ ਕਵਰ ਕਰਕੇ ਜਾਣਾ। ਨੈਕਸਟ ਆ ਡਰਾਈਵ ਰਿਲੇਸ਼ਨਸ਼ਿਪ ਬਿਟਵੀਨ ਹਾਫ ਲਾਈਫ ਐਂਡ ਅ ਮੀਨ ਲਾਈਫ। ਸੋ ਅਸੀਂ ਦੋਨੋਂ ਰਿਲੇਸ਼ਨ ਲਿਖ ਦਿੱਤੇ, ਹਾਫ ਲਾਈਫ ਦਾ ਅਸੀਂ ਹੁਣੇ ਡਰਾਈਵ ਕਰਕੇ ਹਟਿਆ, ਮੀਨ ਲਾਈਫ ਦਾ ਰਿਲੇਸ਼ਨ ਆ ਰਿਹਾ। ਸੋ ਇਹਦੇ ਵਿੱਚ ਬੱਚੇ ਅਸੀਂ ਕੀ ਕਰਨਾ ਆ, ਦੋਨਾਂ ਨੂੰ ਆਹ ਵਾਲੀ ਟਰਮ ਨੂੰ ਦੂਸਰੀ ਤਰਫ ਲੈ ਜਾਓ। ਸਾਡੇ ਕੋਲ ਆ ਗਿਆ t ਹਾਫ ਡਿਵਾਈਡਡ ਬਾਈ 0.6931 ਇਜ਼ ਇਕੁਅਲ ਟੂ 1 ਓਵਰ ਲੈਮਡਾ। ਸੋ ਆ ਵੀ 1 ਓਵਰ ਲੈਮਡਾ, ਆ ਵੀ 1 ਓਵਰ ਲੈਮਡਾ। ਸੋ ਆ ਪੂਰੀ ਟਰਮ ਕਿਹਦੇ ਇਕੁਅਲ ਆ ਗਈ, ਇਹਦੇ ਇਕੁਅਲ। ਇੱਥੋਂ t ਹਾਫ ਨਿਕਾਲ ਲਿਆ ਤਾਂ ਸਾਡੀ ਇੰਨੀ ਟਰਮ ਆ ਗਈ। ਸੋ ਇਹ ਵੀ ਲੈਸ ਇੰਪੋਰਟੈਂਟ ਟੌਪਿਕ ਹੈ। ਨੈਕਸਟ ਆ एक्सप्लेन न्यूक्लियर साइज एंड न्यूक्लियर डेंसिटी। सो ये बच्चे कह लो कि 50% चांसिस है ये आने दे। सो एक बारी पढ़ लेना, हार्डली 2 मार्क्स का क्वेश्चन बच्चे आ सकता है, 3 मार्क्स के लिए इंपॉर्टेंट नहीं है क्वेश्चन। ये ऑलरेडी बच्चे असीं डिस्कस कर चुके हैं, ठीक है। कैलकुलेशन नहीं आप डिस्कस की सी, क्योंकि इत्थे बच्चे कैलकुलेशन सिंपल आ, जस्ट वैल्यूज़ ही पुट कीतियां आ, बाकी मैथमैटिकल पोर्शन आ तुसीं खुद ट्राई कर सकते हैं। नैक्सट आ जाओ डिस्टिंग्विश बिटवीन एक्साइटेड पोटेंशियल एंड आयनाइजेशन पोटेंशियल बाय गिविंग एग्जाम्पल। सो तुसी कोई एग्जाम्पल दे के बच्चे दोनों डेफिनेशन नू एक्सप्लेन करना है। सो ये दोनों टर्म्स बच्चे तुसी केमिस्ट्री के अंदर बहुत अच्छी तरीके नाल +1 दे विच कीतियां होईयां आ। एक बारी पढ़ के देख लेना, अगर नहीं क्लीयर होणगियां तो कमेंट सैक्शन दे विच तुसी दे सकदे आ कि 14th क्वेश्चन समझ नहीं लग्या, ठीक है जी। सो बच्चे 14 ही क्वेश्चन है जिहदे विचों एक्सपोनेंशियल नेचर और हाइड्रोजन एटम एंड रदरफोर्ड एक्सपेरीमेंट, these 3 questions are most important questions। सो इन्हों अच्छी तरीके नाल प्रिपेयर कर लेना। सो जाते जाते वीडियो को लाइक कर जो, मैक्सिमम शेयर कर जो। अगर चैनल ते फर्स्ट टाइम आए हो तो चैनल को सबसक्राइब करना ना भुलना। थैंक यू सो मच।